ਸਤਿ ਸ਼੍ਰੀ ਅਕਾਲ ਜੀ। ਮੈਂ ਮਨਪ੍ਰੀਤ ਰਤੀਆ ਪੰਜਾਬੀ ਲਾਇਬ੍ਰੇਰੀ ਵੱਲੋਂ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ ਤੇ ਆਈ ਹੋਪ ਤੁਸੀਂ ਆਪਣਾ ਚਾਹ ਦਾ ਕੱਪ ਲੈ ਕੇ ਤਿਆਰ ਬੈਠੇ ਹੋਗੇ ਅਗਲੀ ਕਹਾਣੀ ਸੁਣਨ ਲਈ। ਅੱਜ ਦੀ ਅਗਲੀ ਕਹਾਣੀ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ ਉਸ ਦਾ ਨਾਮ ਹੈ ਅਧੂਰੀ ਜ਼ਿੰਦਗੀ, ਜਿਸ ਨੂੰ ਲਿਖਿਆ ਹੈ ਮਨਪ੍ਰੀਤ ਸਿੱਧੂ ਜੀ ਨੇ। ਤੇ ਉਹ ਲਿਖਦੇ ਨੇ, ਇਹ ਕਹਾਣੀ ਉਹਨਾਂ ਦੇ ਨਾਮ ਜਿਨ੍ਹਾਂ ਨੂੰ ਮੁਹੱਬਤ ਤਾਂ ਹੋਈ ਪਰ ਮੁਹੱਬਤ ਦਾ ਸਾਥ ਨਸੀਬ ਨਹੀਂ ਹੋਇਆ। ਤੇ ਆਓ ਰਲ ਕੇ ਪੜ੍ਹਦੇ ਹਾਂ ਇੱਕ ਹੋਰ ਕਹਾਣੀ। ਹਸਪਤਾਲ ਵਿੱਚ ਇੰਦਰ ਆਖਰੀ ਸਾਹ ਲੈ ਰਿਹਾ ਸੀ ਅਤੇ ਅਮਨ ਉਸ ਦੇ ਸਾਹਮਣੇ ਬੈਠੀ ਸੀ। ਅਮਨ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ। ਜ਼ਿੰਦਗੀ ਦੀਆਂ ਆਖਰੀ ਘੜੀਆਂ ਵਿੱਚ ਇੰਦਰ ਨੇ ਅਮਨ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ। ਅਮਨ ਭਿੱਜੀਆਂ ਅੱਖਾਂ ਨਾਲ ਉਸ ਵੱਲ ਇੰਜ ਦੇਖ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਕਿ ਉਹ ਵੀ ਇੰਦਰ ਦੇ ਨਾਲ ਜਾਣਾ ਚਾਹੁੰਦੀ ਹੈ। ਇੰਦਰ ਦੀ ਹੱਥ ਦੀ ਪਕੜ ਢਿੱਲੀ ਹੋ ਗਈ ਤੇ ਅਮਨ ਦੀ ਚੀਖ ਨਿਕਲ ਗਈ। ਭੈੜੀ ਕੈਂਸਰ ਦੀ ਬਿਮਾਰੀ ਨੇ ਅਮਨ ਦੇ ਬਚਪਨ ਦੇ ਪਿਆਰ ਇੰਦਰ ਨੂੰ ਉਸ ਤੋਂ ਖੋਹ ਲਿਆ। ਇੰਦਰ ਦੀ ਮੌਤ ਨੂੰ 3 ਮਹੀਨੇ ਹੋ ਗਏ, ਪਰ ਅਮਨ ਲਈ ਇੰਜ ਸੀ ਜਿਵੇਂ ਇੰਦਰ ਹੁਣੀ ਉਸ ਨੂੰ ਛੱਡ ਕੇ ਗਿਆ ਹੋਵੇ। ਪਿਛਲੇ 3 ਮਹੀਨਿਆਂ ਵਿੱਚ ਅਮਨ ਘਰ ਤੋਂ ਬਾਹਰ ਨਹੀਂ ਗਈ, ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ। ਦੁਨੀਆ ਦੀ ਕੋਈ ਸੁਰਤ ਨਹੀਂ। ਜੇਕਰ ਮਾਂ ਰੋਟੀ ਧੱਕੇ ਨਾਲ ਖਵਾ ਦੇਵੇ ਤਾਂ ਖਾ ਲੈਣੀ, ਨਹੀਂ ਤਾਂ ਇੰਜ ਹੀ ਬੈੱਡ 'ਤੇ ਪਏ ਰਹਿਣਾ। ਉਸ ਦੇ ਲਈ ਜ਼ਿੰਦਗੀ ਦੇ ਚਾਅ ਮੁੱਕ ਗਏ ਸਨ। ਉਹ ਇੱਕ ਚੱਲਦੇ ਸਾਹਾਂ ਵਾਲੀ ਲਾਸ਼ ਬਣ ਗਈ, ਅਜਿਹੀ ਲਾਸ਼ ਜੋ ਜ਼ਿੰਦਾ ਤਾਂ ਹੈ ਪਰ ਉਸ ਵਿੱਚ ਜ਼ਿੰਦਗੀ ਨਹੀਂ ਹੈ। ਮਾਂ-ਬਾਪ ਅਤੇ ਸਹੇਲੀਆਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਮਨ ਉਹ ਪਹਿਲਾਂ ਵਾਲੀ ਅਮਨ ਬਣ ਨਾ ਸਕੀ ਜੋ ਇੰਦਰ ਦੇ ਜਿਉਂਦਾ ਸੀ। ਕੁਝ ਵੀ ਪੂਰਾ ਨਹੀਂ ਸਜਣਾ, ਇਹ ਜ਼ਿੰਦਗੀ ਤਾਂ ਅਧੂਰੀ ਹੈ। ਮੁੜ ਆ ਕਿਧਰੋਂ ਪ੍ਰੀਤ ਚੰਦਰਿਆ, ਨਾ ਸਹਿ ਹੁੰਦੀ ਦੂਰੀ ਹੈ। ਤੱਕ ਚੱਲਣਾ ਸੀ ਨਾਲ ਮੇਰੇ, ਜਿਸਮ ਤਾਂ ਖਤਮ ਹੋ ਗਿਆ ਹੈ। ਕਿੱਥੇ ਕਿੱਥੇ ਲਾਵਾਂ ਮੱਲਮ ਸਜਣਾ, ਰੂਹ ਤੇ ਵੀ ਜ਼ਖਮ ਹੋ ਗਿਆ ਹੈ। ਦੇਖ ਲੈ ਪਾ ਕੇ ਵਾਸਤਾ ਰੱਬ ਨੂੰ ਕਿ ਤੂੰ ਮੇਰੇ ਲਈ ਜ਼ਰੂਰੀ ਹੈ। ਕੁਝ ਵੀ ਪੂਰਾ ਨਹੀਂ ਸਜਣਾ, ਇਹ ਜ਼ਿੰਦਗੀ ਤਾਂ ਅਧੂਰੀ ਹੈ। ਮੁੜ ਆ ਕਿਧਰੋਂ ਪ੍ਰੀਤ ਚੰਦਰਿਆ, ਨਾ ਸਹਿ ਹੁੰਦੀ ਦੂਰੀ ਹੈ। ਸਾਰਾ ਪਰਿਵਾਰ ਇਸੇ ਫਿਕਰ ਵਿੱਚ ਸੀ ਕਿ ਅਮਨ ਦੇ ਦਿਲ ਵਿੱਚ ਇੰਦਰ ਦੀ ਯਾਦ ਨੂੰ ਕਿਵੇਂ ਕੱਢਿਆ ਜਾਵੇ। ਫਿਰ ਇੱਕ ਦਿਨ ਨਿੱਕੀ ਆਉਂਦੀ ਹੈ। ਨਿੱਕੀ ਅਮਨ ਦੀ ਬਚਪਨ ਦੀ ਦੋਸਤ ਹੈ। ਉਹ ਅਮਨ ਨੂੰ ਇੱਕ ਕਹਾਣੀ ਪੜ੍ਹਨ ਲਈ ਕਹਿੰਦੀ ਹੈ, ਪਰ ਅਮਨ ਮਨਾ ਕਰ ਦਿੰਦੀ ਹੈ। ਫਿਰ ਨਿੱਕੀ ਉਸ ਨੂੰ ਕਹਿੰਦੀ ਹੈ, ਦੁਨੀਆ ਵਿੱਚ ਮਾੜਾ ਸਿਰਫ ਤੇਰੇ ਨਾਲ ਨਹੀਂ ਹੋਇਆ। ਇਕੱਲੀ ਤੂੰ ਨਹੀਂ ਜਿਸ ਨੇ ਆਪਣਾ ਪਿਆਰ ਗਵਾਇਆ। ਬਹੁਤ ਲੋਕ ਨੇ ਦੁਨੀਆ ਵਿੱਚ, ਪਰ ਜ਼ਿੰਦਗੀ ਵਿੱਚ ਅੱਗੇ ਵਧਣਾ ਪੈਂਦਾ। ਆ ਲੈ ਇਹ ਕਹਾਣੀ ਪੜ੍ਹ। ਨਿੱਕੀ ਉਸਨੂੰ ਇੱਕ ਕਹਾਣੀ ਦੀ PDF ਉਸਦੇ ਮੋਬਾਈਲ 'ਤੇ ਸੈਂਡ ਕਰਦੀ ਹੈ ਤੇ ਕਹਿੰਦੀ ਹੈ, ਇਹ ਕਹਾਣੀ ਨੂੰ ਪੜ੍ਹ ਕੇ ਦੇਖ। ਮੁਹੱਬਤ ਵਿੱਚ ਹਾਰ ਕੇ ਵੀ ਇਹ ਸ਼ਖਸ ਜ਼ਿੰਦਾ ਹੈ ਅਤੇ ਆਪਣੀ ਜ਼ਿੰਦਗੀ ਜੀ ਰਿਹਾ ਹੈ। ਤੇਰੇ ਵਾਂਗ ਕਮਰੇ ਵਿੱਚ ਬੰਦ ਹੋ ਕੇ ਨਹੀਂ ਬੈਠਾ। ਅਮਨ ਨੇ ਬੇਮਨ ਕਿਹਾ, ਮੈਂ ਨਹੀਂ ਪੜ੍ਹਨੀ ਕੋਈ ਕਹਾਣੀ, ਮੈਨੂੰ ਇਕੱਲੀ ਛੱਡ ਦੇ। ਤੈਨੂੰ ਇੰਦਰ ਦੀ ਸਹੁੰ, ਪੜ੍ਹ ਲੈ ਇੱਕ ਵਾਰ, ਨਿੱਕੀ ਨੇ ਫੇਰ ਕਿਹਾ। ਠੀਕ ਹੈ ਮੈਂ ਪੜ੍ਹ ਲਵਾਂਗੀ। ਹੁਣੀ ਪੜ੍ਹ ਲੈ, ਮੈਂ ਜਾ ਰਹੀ ਹਾਂ। ਠੀਕ ਹੈ ਪੜ੍ਹਦੀ ਹਾਂ। ਨਿੱਕੀ ਦੇ ਜਾਣ ਤੋਂ ਬਾਅਦ ਅਮਨ ਨੇ ਫੋਨ ਸਾਈਡ 'ਤੇ ਰੱਖ ਦਿੱਤਾ ਤੇ ਇੰਦਰ ਬਾਰੇ ਸੋਚਣ ਲੱਗ ਗਈ। ਉਸਦੇ ਮਨ ਵਿੱਚ ਇੰਦਰ ਦੀਆਂ ਗੱਲਾਂ ਚੱਲ ਰਹੀਆਂ ਸਨ। ਉਸਦੀ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਫਿਰ ਖੁਦ ਨੂੰ ਸੰਭਾਲਦੀ ਹੋਈ ਅਮਨ ਚੁੱਪ ਹੋ ਕੇ ਬੈਠ ਗਈ। ਨਿੱਕੀ ਦੇ ਮੈਸੇਜ ਆ ਰਹੇ ਸਨ ਕਿ ਕਹਾਣੀ ਪੜ੍ਹ ਲਈ ਜਾਂ ਨਹੀਂ। ਆਖਿਰ ਨੂੰ ਅਮਨ ਨੇ ਕਹਾਣੀ ਪੜ੍ਹਨ ਦਾ ਫੈਸਲਾ ਕੀਤਾ। ਉਸਨੇ PDF ਖੋਲ੍ਹ ਲਈ। ਕਹਾਣੀ ਦਾ ਨਾਮ ਸੀ ਮੁਹੱਬਤ ਦੀ ਹਾਰ। ਅਮਨ ਨੇ ਕਹਾਣੀ ਪੜ੍ਹਨੀ ਸ਼ੁਰੂ ਕੀਤੀ। ਜਿਵੇਂ ਜਿਵੇਂ ਕਹਾਣੀ ਪੜ੍ਹਦੀ ਰਹੀ, ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ। ਕਹਾਣੀ ਦੇ ਅੰਤ ਤੱਕ ਅਮਨ ਪੂਰੀ ਤਰ੍ਹਾਂ ਕਹਾਣੀ ਵਿੱਚ ਗਵਾਚ ਗਈ ਸੀ। ਪਹਿਲੀ ਵਾਰ ਉਸਨੂੰ ਇੰਦਰ ਦਾ ਚੇਤਾ ਭੁੱਲ ਕੇ ਕਿਸੇ ਹੋਰ ਦੇ ਦੁੱਖ 'ਤੇ ਰੋਣਾ ਆ ਰਿਹਾ ਸੀ। ਕਹਾਣੀ ਦੇ ਅੰਤ ਵਿੱਚ
ਲੇਖਕ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਸੀ। ਅਮਨ ਦਾ ਦਿਲ ਕੀਤਾ ਕਿ ਉਹ ਉਸ ਨੂੰ ਮੈਸੇਜ ਕਰੇ ਅਤੇ ਉਸ ਦੇ ਨਾਲ ਕਹਾਣੀ ਬਾਰੇ ਗੱਲ ਕਰੇ। ਉਹ ਲੇਖਕ ਦਾ ਦਰਦ ਵੰਡਾਉਣਾ ਚਾਹੁੰਦੀ ਕਿਉਂਕਿ ਉਸਨੂੰ ਉਸ ਲੇਖਕ ਵਿੱਚ ਆਪਣਾ ਆਪ ਦਿਖਾਈ ਦੇ ਰਿਹਾ ਸੀ। ਅਮਨ ਨੇ ਡਰਦੇ ਡਰਦੇ ਮੈਸੇਜ ਕੀਤਾ ਪਰ ਤੁਰੰਤ ਹੀ ਡਿਲੀਟ ਕਰ ਦਿੱਤਾ। ਲੇਖਕ ਵੱਲੋਂ ਜਵਾਬ ਆਇਆ, ਹਾਂਜੀ ਕੌਣ? ਅਮਨ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਇੰਦਰ ਤੋਂ ਬਿਨਾਂ ਅੱਜ ਤੱਕ ਉਸਨੇ ਕਿਸੇ ਮੁੰਡੇ ਨਾਲ ਗੱਲ ਨਹੀਂ ਸੀ ਕੀਤੀ। ਕੁਝ ਵਕਤ ਬਾਅਦ ਅਮਨ ਨੇ ਜਵਾਬ ਦਿੱਤਾ, ਹਾਂਜੀ ਮੈਂ ਤੁਹਾਡੀ ਕਹਾਣੀ ਪੜ੍ਹੀ, ਬਹੁਤ ਮਾੜਾ ਹੋਇਆ। ਜ਼ਿੰਦਗੀ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ। ਲੇਖਕ ਨੇ ਕਿਹਾ, ਕਹਾਣੀ ਪੜ੍ਹਨ ਲਈ ਧੰਨਵਾਦ ਜੀ। ਰੱਬ ਦੀਆਂ ਲਿਖੀਆਂ ਨੂੰ ਕੌਣ ਟਾਲ ਸਕਦਾ ਹੈ? ਅਮਨ ਨੇ ਕਿਹਾ, ਤੁਹਾਨੂੰ ਗੁੱਸਾ ਨਹੀਂ ਆਉਂਦਾ ਰੱਬ ਦੀਆਂ ਲਿਖੀਆਂ ਤੇ ਮਨਪ੍ਰੀਤ ਜੀ? ਲੇਖਕ ਮਨਪ੍ਰੀਤ ਨੇ ਜਵਾਬ ਦਿੱਤਾ, ਗੁੱਸਾ ਤਾਂ ਆਉਂਦਾ ਹੈ ਜੀ, ਪਰ ਕਰ ਵੀ ਕੀ ਸਕਦੇ ਹਾਂ। ਅਮਨ ਚਾਹੁੰਦੀ ਸੀ ਕਿ ਉਹ ਆਪਣਾ ਦੁੱਖ ਉਸ ਨਾਲ ਸਾਂਝਾ ਕਰੇ, ਪਰ ਉਸਦਾ ਹੌਸਲਾ ਨਹੀਂ ਹੋ ਰਿਹਾ ਸੀ। ਉਸਨੇ ਇਹ ਵਿਚਾਰ ਛੱਡ ਦਿੱਤਾ। ਹਾਂਜੀ ਕਰ ਵੀ ਕੀ ਸਕਦੇ ਹਾਂ ਮਨਪ੍ਰੀਤ ਜੀ। ਵੈਸੇ ਤੁਸੀਂ ਮੈਨੂੰ ਪ੍ਰੀਤ ਕਹਿ ਸਕਦੇ ਹੋ, ਪੂਰਾ ਨਾਮ ਲਿਖਣ ਦੀ ਲੋੜ ਨਹੀਂ, ਲੇਖਕ ਨੇ ਕਿਹਾ। ਠੀਕ ਹੈ ਜੀ, ਫਿਰ ਗੱਲ ਕਰਦੇ ਹਾਂ। ਅਮਨ ਨੇ ਠੀਕ ਹੈ ਕਹਿ ਕੇ ਫੋਨ ਸਾਈਡ ਤੇ ਰੱਖ ਦਿੱਤਾ। ਇੰਦਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਸਨੇ ਕਿਸੇ ਨਾਲ ਇੰਨੀ ਗੱਲ ਕੀਤੀ। ਉਸਦਾ ਮਨ ਕਰ ਰਿਹਾ ਸੀ ਕਿ ਉਹ ਪ੍ਰੀਤ ਨਾਲ ਆਪਣਾ ਦੁੱਖ ਸ਼ੇਅਰ ਕਰੇ। ਪ੍ਰੀਤ ਅਤੇ ਉਸਦੀ ਕਹਾਣੀ ਬਾਰੇ ਸੋਚਦਿਆਂ ਉਸਨੂੰ ਸ਼ਾਮ ਹੋ ਗਈ। ਅਮਨ ਦੀ ਮਾਂ ਉਸ ਲਈ ਰੋਟੀ ਲੈ ਕੇ ਆਈ। ਪ੍ਰੀਤ ਦੀਆਂ ਸੋਚਾਂ ਵਿੱਚ ਅਮਨ ਨੇ ਰੋਟੀ ਦੀ ਥਾਲੀ ਫੜੀ ਤੇ ਰੋਟੀ ਖਾਣ ਲੱਗੀ। ਕਿੰਨੇ ਟਾਈਮ ਬਾਅਦ ਅਮਨ ਨੇ ਬਿਨਾਂ ਧੱਕਾ ਕੀਤੇ ਖੁਦ ਰੋਟੀ ਖਾਧੀ ਸੀ। ਉਸਦੀ ਮਾਂ ਚਾਹ ਨਾਲ ਭਰ ਗਈ ਤੇ ਉਹ ਖੁਸ਼ੀ-ਖੁਸ਼ੀ ਰੋਟੀ ਫੜਾ ਕੇ ਕਮਰੇ ਵਿੱਚੋਂ ਚਲੀ ਗਈ। ਅਮਨ ਇਸ ਵਕਤ ਸਿਰਫ ਪ੍ਰੀਤ ਅਤੇ ਉਸਦੀ ਕਹਾਣੀ ਬਾਰੇ ਸੋਚ ਰਹੀ ਸੀ। ਰਾਤ ਨੂੰ ਸੌਣ ਲੱਗੇ ਅਮਨ ਨੇ ਪ੍ਰੀਤ ਨੂੰ ਫਿਰ ਮੈਸੇਜ ਕੀਤਾ। ਪ੍ਰੀਤ ਨੇ ਜਵਾਬ ਦਿੱਤਾ। ਅਮਨ ਪ੍ਰੀਤ ਨਾਲ ਖੁੱਲ੍ਹ ਕੇ ਗੱਲ ਕਰ ਰਹੀ ਸੀ। ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸਨੂੰ ਕੋਈ ਹਮਦਰਦ ਮਿਲ ਗਿਆ ਹੋਵੇ ਜੋ ਉਸਦੇ ਦਰਦ ਨੂੰ ਸਮਝ ਸਕਦਾ ਸੀ। ਇਸੇ ਤਰ੍ਹਾਂ ਉਹਨਾਂ ਦੀ ਗੱਲਬਾਤ ਹਰ ਰੋਜ਼ ਹੋਣ ਲੱਗੀ। ਅਮਨ ਨੇ ਪ੍ਰੀਤ ਨੂੰ ਇੰਦਰ ਬਾਰੇ ਸਭ ਕੁਝ ਦੱਸਿਆ। ਇੰਦਰ ਬਾਰੇ ਸੁਣ ਕੇ ਪ੍ਰੀਤ ਉਸ ਨਾਲ ਹੋਰ ਜ਼ਿਆਦਾ ਗੱਲਾਂ ਕਰਨ ਲੱਗ ਗਿਆ। ਸ਼ਾਇਦ ਪ੍ਰੀਤ ਸਮਝਦਾ ਸੀ ਅਮਨ ਦੇ ਦੁੱਖ ਨੂੰ। ਉਹ ਹਰ ਵਕਤ ਕੋਸ਼ਿਸ਼ ਕਰਦਾ ਸੀ ਕਿ ਅਮਨ ਦੇ ਹਰ ਮੈਸੇਜ ਦਾ ਜਵਾਬ ਦੇਵੇ ਤਾਂ ਕਿ ਅਮਨ ਆਪਣੇ ਆਪ ਨੂੰ ਇਕੱਲੀ ਮਹਿਸੂਸ ਨਾ ਕਰੇ। ਪ੍ਰੀਤ ਨਾਲ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਅਮਨ ਵੀ ਹੁਣ ਕਾਫੀ ਹੱਦ ਤੱਕ ਸੰਭਲ ਗਈ ਸੀ। ਉਹ ਹੁਣ ਪਹਿਲਾਂ ਵਰਗੀ ਹੁੰਦੀ ਜਾ ਰਹੀ ਸੀ। 4 ਮਹੀਨਿਆਂ ਬਾਅਦ ਅਮਨ ਕਮਰੇ ਵਿੱਚੋਂ ਬਾਹਰ ਨਿਕਲੀ। ਸਭ ਲੋਕ ਖੁਸ਼ ਸਨ ਕਿ ਅਮਨ ਹੁਣ ਠੀਕ ਹੋ ਰਹੀ ਹੈ। ਅਮਨ ਦੇ ਮਾਂ-ਬਾਪ ਉਸ ਲੇਖਕ ਦੀ ਲੰਬੀ ਉਮਰ ਲਈ ਦੁਆਵਾਂ ਕਰ ਰਹੇ ਸਨ ਜਿਸਨੇ ਉਹਨਾਂ ਦੀ ਧੀ ਅਮਨ ਦੀ ਜ਼ਿੰਦਗੀ ਵਿੱਚ ਫਿਰ ਤੋਂ ਖੁਸ਼ੀਆਂ ਭਰ ਦਿੱਤੀਆਂ ਸਨ। ਇਸੇ ਤਰ੍ਹਾਂ ਹੀ 2 ਮਹੀਨੇ ਬੀਤ ਗਏ। ਅਮਨ ਪ੍ਰੀਤ ਨੂੰ ਦੇਖਣਾ ਚਾਹੁੰਦੀ ਸੀ। ਉਸਨੇ ਪ੍ਰੀਤ ਤੋਂ ਉਸਦੀ ਤਸਵੀਰ ਮੰਗੀ। ਅਮਨ ਨੇ ਪੁੱਛਿਆ ਕਿ ਪ੍ਰੀਤ ਨੂੰ ਉਸਦੀ ਤਸਵੀਰ ਚਾਹੀਦੀ ਹੈ ਤਾਂ ਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ। ਪਹਿਲੀ ਵਾਰ ਅਮਨ ਨੂੰ ਕੁਝ ਅਜੀਬ ਲੱਗਿਆ, ਪਰ ਉਹ ਖੁਸ਼ ਸੀ ਕਿ ਪ੍ਰੀਤ ਨੇ ਉਸਨੂੰ ਤਸਵੀਰ ਭੇਜ ਦਿੱਤੀ ਸੀ। ਅਮਨ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਚਾਅ ਚੜ੍ਹਿਆ ਹੋਇਆ ਸੀ। ਅਮਨ ਨੂੰ ਪ੍ਰੀਤ ਨਾਲ ਮੁਹੱਬਤ ਹੋ ਗਈ ਸੀ। ਉਹ ਪ੍ਰੀਤ ਨੂੰ ਆਪਣੇ ਦਿਲ ਦੀ ਗੱਲ ਕਹਿਣਾ ਵੀ ਚਾਹੁੰਦੀ ਸੀ, ਪਰ ਉਸਦੇ ਮਨ ਅੰਦਰ ਇੱਕ ਡਰ ਸੀ ਕਿ ਪ੍ਰੀਤ ਇਹ ਗੱਲ ਸੁਣ ਕੇ ਉਸ ਨਾਲ ਗੱਲ ਕਰਨੀ ਬੰਦ ਨਾ ਕਰ ਦੇਵੇ। ਇਸ ਲਈ ਉਹ ਇਹ ਗੱਲ ਨੂੰ ਆਪਣੇ ਮਨ ਅੰਦਰ ਹੀ ਦਬਾ ਕੇ ਰੱਖਦੀ ਹੈ। ਪ੍ਰੀਤ ਤੇ ਅਮਨ ਦੀ ਜ਼ਿੰਦਗੀ ਇਸੇ ਤਰ੍ਹਾਂ ਚੱਲ ਰਹੀ ਸੀ। ਉਹ ਇਸੇ ਤਰ੍ਹਾਂ ਹੀ ਹਰ ਰੋਜ਼ ਗੱਲਾਂ ਕਰਦੇ ਰਹਿੰਦੇ ਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਰਹਿੰਦੇ। ਫਿਰ ਇੱਕ ਦਿਨ ਨਿੱਕੀ ਦੇ ਕਹਿਣ ਤੇ ਅਮਨ ਪ੍ਰੀਤ ਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਫੈਸਲਾ ਕਰਦੀ ਹੈ। ਉਹ ਸ਼ਾਮ ਦੇ ਵੇਲੇ ਪ੍ਰੀਤ ਨੂੰ ਮੈਸੇਜ ਕਰਦੀ ਹੈ, ਹੈਲੋ ਪ੍ਰੀਤ, ਕਿਵੇਂ ਹੋ? ਪ੍ਰੀਤ ਦਾ ਜਵਾਬ ਆਇਆ, ਵਧੀਆ ਜੀ,
ਤੁਸੀਂ ਦੱਸੋ? ਵਧੀਆ ਜੀ। ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਇੰਜ ਨਹੀਂ, फ़ोन कॉल ਤੇ। ਪ੍ਰੀਤ ਨੇ ਅੱਗੋਂ ਜਵਾਬ ਦਿੱਤਾ ਕਿ ਦਰਅਸਲ ਉਹ ਬਾਹਰ ਹੈ। ਅਮਨ ਨੇ ਰਿਕੁਐਸਟ ਕੀਤੀ, ਪਲੀਜ਼ 2 ਮਿੰਟ। ਪ੍ਰੀਤ ਨੇ ਕਿਹਾ, ਠੀਕ ਹੈ ਜੀ, ਕਰੋ ਕਾਲ। ਅਮਨ ਪ੍ਰੀਤ ਨੂੰ फ़ੋਨ ਲਾਉਂਦੀ ਹੈ। ਹਾਂਜੀ ਦੱਸੋ, ਕੀ ਜ਼ਰੂਰੀ ਗੱਲ ਕਰਨੀ ਸੀ? ਅਮਨ ਨੇ ਕਿਹਾ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਸੀ। ਉਹ ਮੈਂ ਅੱਗੇ ਵੀ ਬੋਲੋਗੇ ਕੁਝ? ਹਾਂਜੀ, ਉਹ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਪ੍ਰੀਤ ਨੇ ਹੈਰਾਨੀ ਨਾਲ ਕਿਹਾ, ਕੀ? ਅਮਨ ਨੇ ਕਿਹਾ, ਸੁਣਿਆ ਨਹੀਂ? ਪ੍ਰੀਤ ਵੱਲੋਂ ਉੱਤਰ ਆਇਆ, ਸੁਣ ਤਾਂ ਲਿਆ ਪਰ ਸਮਝਿਆ ਨਹੀਂ। ਪਿਆਰ, ਉਹ ਵੀ ਮੇਰੇ ਨਾਲ? ਕਿਉਂ ਤੁਹਾਨੂੰ ਚੰਗਾ ਨਹੀਂ ਲੱਗਿਆ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਫਿਰ? ਕੁਝ ਨਹੀਂ। ਕੀ ਕੁਝ ਨਹੀਂ? ਕੋਈ ਜਵਾਬ ਤਾਂ ਦੇਵੋ। ਕੀ ਜਵਾਬ? ਅਮਨ ਨੇ ਪ੍ਰੀਤ ਤੋਂ ਹਾਂ ਜਾਂ ਨਾ ਪੁੱਛਿਆ ਕਿ ਤੁਸੀਂ ਵੀ ਪਿਆਰ ਕਰਦੇ ਹੋ ਜਾਂ ਨਹੀਂ। ਪ੍ਰੀਤ ਕੁਝ ਬੋਲਣ ਹੀ ਲੱਗਾ ਸੀ ਕਿ ਪਿੱਛੋਂ ਇੱਕ ਆਵਾਜ਼ ਆਉਂਦੀ ਹੈ, ਸਰ ਤੁਹਾਡੀ ਦਵਾਈ ਪੈਕ ਹੋ ਗਈ ਹੈ, ਪੇਮੈਂਟ ਕਰ ਦੇਵੋ। ਅਚਾਨਕ ਫ਼ੋਨ ਕੱਟਿਆ ਜਾਂਦਾ ਹੈ। ਅਮਨ ਨੂੰ ਲੱਗਦਾ ਹੈ ਕਿ ਸ਼ਾਇਦ ਪ੍ਰੀਤ ਨੂੰ ਚੰਗਾ ਨਹੀਂ ਲੱਗਿਆ ਅਤੇ ਉਹ ਪ੍ਰੀਤ ਦੇ ਫ਼ੋਨ ਕੱਟਣ ਨੂੰ ਉਸਦੀ ਨਾ ਸਮਝ ਲੈਂਦੀ ਹੈ। ਅਮਨ ਦਾ ਮਨ ਪਛਤਾਵੇ ਨਾਲ ਭਰ ਗਿਆ। ਉਹ ਸੋਚ ਰਹੀ ਸੀ, ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ। ਪ੍ਰੀਤ ਨੂੰ ਦਿਲ ਦੀ ਗੱਲ ਦੱਸ ਕੇ ਵਿੱਚੋਂ ਵਿੱਚ ਹੀ ਉਹ ਨਿੱਕੀ ਨੂੰ ਵੀ ਕੋਸ ਰਹੀ ਸੀ ਕਿ ਉਸਨੇ ਉਸਦੇ ਕਹਿਣ 'ਤੇ ਇਹ ਕਦਮ ਚੁੱਕਿਆ। ਅਮਨ ਉਦਾਸ ਹੋ ਕੇ ਬੈਠ ਗਈ ਸੀ। ਉਸਨੂੰ ਫਿਰ ਤੋਂ ਇੰਦਰ ਯਾਦ ਆ ਰਿਹਾ ਸੀ। ਉਹ ਯਾਦ ਕਰ ਰਹੀ ਸੀ ਕਿ ਕਿਸ ਤਰ੍ਹਾਂ ਇੰਦਰ ਨੇ ਉਸਨੂੰ ਇਜ਼ਹਾਰ ਕੀਤਾ ਸੀ। ਇੰਦਰ ਸ਼ਾਇਰੀ ਯਾਦ ਕਰਕੇ ਆਇਆ ਸੀ। ਇੰਦਰ ਨੇ ਉਸਨੂੰ ਪਾਰਕ ਵਿੱਚ ਇੱਕ ਬੈਂਚ 'ਤੇ ਬਿਠਾਇਆ ਸੀ ਅਤੇ ਖੁਦ ਉਸਦੇ ਮੂਹਰੇ ਬੈਠ ਕੇ ਉਸਨੇ ਇਜ਼ਹਾਰ ਕੀਤਾ ਸੀ। ਪਰ ਉਹ ਸ਼ਾਇਰੀ ਭੁੱਲ ਗਿਆ ਸੀ। ਸ਼ਾਇਰੀ ਦੀ ਇੱਕ ਲਾਈਨ ਬੋਲ ਕੇ ਇੰਦਰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਨ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਆਈ ਤੇ ਅਮਨ ਨੇ ਖੁਦ ਹੀ ਸ਼ਾਇਰੀ ਦੀ ਅਗਲੀ ਲਾਈਨ ਪੂਰੀ ਕੀਤੀ ਸੀ। ਫਿਰ ਇੰਦਰ ਨੇ ਵੀ ਉਸ ਤੋਂ ਹਾਂ ਜਾਂ ਨਾ ਵਿੱਚ ਜਵਾਬ ਮੰਗਿਆ ਸੀ। ਕੁਝ ਦੇਰ ਅਮਨ ਦੇ ਖਾਮੋਸ਼ ਰਹਿਣ 'ਤੇ ਇੰਦਰ ਉਦਾਸ ਹੋ ਕੇ ਉੱਥੋਂ ਵਾਪਿਸ ਜਾਣ ਲੱਗਾ ਤਾਂ ਅਮਨ ਉਸਨੂੰ ਰੋਕ ਕੇ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਉਸਨੂੰ ਹਾਂ ਕੀਤੀ। ਕਿੰਨਾ ਖੂਬਸੂਰਤ ਦਿਨ ਸੀ। ਫ਼ੋਨ ਦੀ ਘੰਟੀ ਵੱਜਦੀ ਹੈ ਤੇ ਅਮਨ ਆਪਣੀ ਸੋਚ ਵਿੱਚੋਂ ਬਾਹਰ ਆਉਂਦੀ ਹੈ। ਦੂਸਰੇ ਪਾਸੇ ਪ੍ਰੀਤ ਹੁੰਦਾ ਹੈ। ਹੈਲੋ ਅਮਨ, ਸੌਰੀ ਫ਼ੋਨ ਕੱਟ ਹੋ ਗਿਆ ਸੀ। ਨਹੀਂ ਜੀ, ਮਾफ़ੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ। ਮੈਨੂੰ ਤੁਹਾਨੂੰ ਉਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਮੈਂ ਤਾਂ ਆਪਣੀ ਦੋਸਤੀ ਨੂੰ ਵੀ ਖਤਰੇ ਵਿੱਚ ਪਾ ਦਿੱਤਾ। ਪ੍ਰੀਤ ਨੇ ਅੱਗੋਂ ਕਿਹਾ, ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਦਰਅਸਲ ਮੈਨੂੰ ਵੀ ਤੁਸੀਂ ਚੰਗੇ ਲੱਗਦੇ ਹੋ, ਪਰ ਆਪਾਂ ਕਦੇ ਮਿਲ ਨਹੀਂ ਸਕਦੇ ਕਿਉਂਕਿ ਤੁਸੀਂ ਦੂਰ ਚੰਡੀਗੜ੍ਹ ਦੇ ਨੇੜੇ ਰਹਿੰਦੇ ਹੋ ਅਤੇ ਮੈਂ ਬਠਿੰਡਾ। ਬਹੁਤ ਫਾਸਲਾ ਹੈ। ਅੱਗੋਂ ਅਮਨ ਨੇ ਕਿਹਾ, ਕੋਈ ਗੱਲ ਨਹੀਂ ਜੀ, ਮੁਲਾਕਾਤ ਜ਼ਰੂਰੀ ਤੇ ਨਹੀਂ ਹੁੰਦੀ। ਜਿਵੇਂ ਤੁਹਾਨੂੰ ਠੀਕ ਲੱਗਦਾ। ਮਤਲਬ ਤੁਹਾਡੀ ਹਾਂ ਹੈ? ਹਾਂਜੀ। ਪ੍ਰੀਤ ਨੇ ਕਿਹਾ, ਸ਼ਾਮ ਨੂੰ ਗੱਲ ਕਰਦੇ ਹਾਂ ਜੀ, ਮੈਂ ਥੋੜ੍ਹਾ ਬਿਜ਼ੀ ਹਾਂ। ਅਮਨ ਦਾ ਮਨ ਖੁਸ਼ੀ ਨਾਲ ਭਰ ਗਿਆ। ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸਨੂੰ ਕੋਈ ਖਜ਼ਾਨਾ ਮਿਲ ਗਿਆ ਹੋਵੇ। ਅਮਨ ਤੋਂ ਚਾਅ ਨਹੀਂ ਰੁਕਿਆ ਜਾ ਰਿਹਾ ਸੀ। ਅਮਨ ਦੇ ਮਾਂ-ਬਾਪ ਵੀ ਅਮਨ ਨੂੰ ਇੰਨਾ ਖੁਸ਼ ਦੇਖ ਕੇ ਬਹੁਤ ਖੁਸ਼ ਸਨ। ਅਮਨ ਦੀ ਮਾਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਹੁਣ ਘਰ ਵਿੱਚ ਫਿਰ ਤੋਂ ਖੁਸ਼ੀਆਂ ਨਾਲ ਪੂਰਾ ਭਰ ਗਿਆ ਹੋਵੇ। ਸਾਰੇ ਬਹੁਤ ਖੁਸ਼ ਸਨ। ਅਮਨ ਅਤੇ ਪ੍ਰੀਤ ਦਾ ਰਿਸ਼ਤਾ ਹੁਣ ਗੂੜਾ ਹੋ ਰਿਹਾ ਹੈ। ਦੋਵਾਂ ਦੀ ਜ਼ਿੰਦਗੀ ਹੁਣ ਬਹੁਤ ਖੂਬਸੂਰਤ ਚੱਲ ਰਹੀ ਹੈ। ਅਮਨ ਨੂੰ ਉਸਦੀ ਜ਼ਿੰਦਗੀ ਹੁਣ ਖਿੜੀ ਹੋਈ ਲੱਗ ਰਹੀ ਸੀ। ਉਹ ਪ੍ਰੀਤ ਨਾਲ ਵਿਆਹ ਦੇ ਸੁਪਨੇ ਸਜਾਉਣ ਲੱਗ ਗਈ। ਹਾਲਾਂਕਿ ਅਜੇ ਤੱਕ ਉਹ ਪ੍ਰੀਤ ਨੂੰ ਮਿਲੀ ਵੀ ਨਹੀਂ ਸੀ। ਪ੍ਰੀਤ ਇੱਕ ਡਾਕਟਰ ਕੋਲ ਬੈਠਾ ਹੈ। ਡਾਕਟਰ ਕੁਝ ਰਿਪੋਰਟਾਂ ਦੇਖ ਰਿਹਾ ਹੈ। ਪ੍ਰੀਤ ਦਾ ਚਿਹਰਾ ਡਰ ਨਾਲ ਭਰਿਆ ਹੋਇਆ। ਉਹ ਪੁੱਛਦਾ,
ਡਾਕਟਰ ਸਾਹਿਬ, ਕੀ ਹੁਣ ਕੁਝ ਵੀ ਨਹੀਂ ਹੋ ਸਕਦਾ? ਕਿੰਨਾ ਵਕਤ ਬਚਿਆ ਹੈ? ਡਾਕਟਰ ਉਸਨੂੰ ਦੱਸਦਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ ਤੇ ਸਿਰਫ 6-7 ਮਹੀਨੇ ਹੀ ਬਚੇ ਹਨ। ਪ੍ਰੀਤ ਦੀਆਂ ਅੱਖਾਂ ਭਰ ਆਉਂਦੀਆਂ ਹਨ। ਡਾਕਟਰ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਪ੍ਰੀਤ ਦੇ ਹੰਝੂ ਨਹੀਂ ਰੁਕ ਰਹੇ ਸੀ। ਪਰ ਕੁਝ ਵਕਤ ਬਾਅਦ ਉਹ ਖੁਦ ਨੂੰ ਸੰਭਾਲਦਾ ਹੈ ਅਤੇ ਹਸਪਤਾਲ ਵਿੱਚੋਂ ਬਾਹਰ ਚਲਾ ਜਾਂਦਾ ਹੈ। ਇਸੇ ਵਕਤ ਉਸਨੂੰ ਅਮਨ ਦਾ ਫੋਨ ਆਉਂਦਾ ਹੈ। ਪ੍ਰੀਤ ਦਾ ਮਨ ਨਹੀਂ ਕਰਦਾ ਫੋਨ ਚੁੱਕਣ ਦਾ ਤੇ ਉਹ ਫੋਨ ਕੱਟ ਕੇ ਮੈਸੇਜ ਕਰਦਾ ਹੈ ਕਿ ਉਹ ਬਿਜ਼ੀ ਹੈ ਤੇ ਬਾਅਦ ਵਿੱਚ ਗੱਲ ਕਰੇਗਾ। ਅਮਨ ਅਤੇ ਪ੍ਰੀਤ ਦੇ ਰਿਸ਼ਤੇ ਨੂੰ 4 ਮਹੀਨੇ ਬੀਤ ਗਏ। ਅੱਜ ਅਮਨ ਦੇ ਮਨ ਨੇ ਹੁਣ ਪ੍ਰੀਤ ਨੂੰ ਆਪਣਾ ਸਭ ਕੁਝ ਮੰਨ ਲਿਆ ਹੈ। ਉਹ ਹੁਣ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ, ਪਰ ਉਸ ਤੋਂ ਪਹਿਲਾਂ ਉਹ ਪ੍ਰੀਤ ਨੂੰ ਮਿਲਣਾ ਚਾਹੁੰਦੀ ਹੈ ਤੇ ਉਹ ਪ੍ਰੀਤ ਨੂੰ ਪੁੱਛਦੀ ਹੈ, ਪਰ ਪ੍ਰੀਤ ਮੁਲਾਕਾਤ ਵਾਸਤੇ ਰਾਜ਼ੀ ਨਹੀਂ ਹੁੰਦਾ। ਪਰ ਉਸਦੇ ਬਹੁਤਾ ਜ਼ਿਆਦਾ ਕਹਿਣ ਤੇ ਪ੍ਰੀਤ ਰਾਜ਼ੀ ਹੋ ਜਾਂਦਾ ਹੈ ਅਤੇ ਇਹ ਦੋਵੇਂ ਇੱਕ ਮਾਲ ਵਿੱਚ ਮਿਲਣ ਦਾ ਫੈਸਲਾ ਕਰਦੇ ਹਨ। ਇਸ ਤੋਂ ਤੀਜੇ ਦਿਨ ਪ੍ਰੀਤ ਚੰਡੀਗੜ੍ਹ ਆਉਂਦਾ ਹੈ ਅਤੇ ਅਮਨ ਨੂੰ ਮਿਲਦਾ ਹੈ। ਦੋਵੇਂ ਇੱਕ ਕੈਫੇ ਵਿੱਚ ਮਿਲਦੇ ਹਨ। ਅਮਨ ਬਹੁਤ ਖੁਸ਼ ਸੀ ਪ੍ਰੀਤ ਨੂੰ ਮਿਲ ਕੇ। ਉਸ ਦੀਆਂ ਗੱਲਾਂ ਖਤਮ ਹੀ ਨਹੀਂ ਹੋ ਰਹੀਆਂ ਸੀ। ਅਮਨ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹਨੂੰ ਕੋਈ ਖਜ਼ਾਨਾ ਲੱਭ ਗਿਆ ਹੋਵੇ, ਪਰ ਪ੍ਰੀਤ ਦੇ ਚਿਹਰੇ ਤੇ ਅਜਿਹੀ ਕੋਈ ਖੁਸ਼ੀ ਨਹੀਂ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਿਰਫ ਅਮਨ ਦਾ ਮਨ ਰੱਖਣ ਲਈ ਹੀ ਉਹਦੇ ਕੋਲ ਆਇਆ ਹੋਵੇ। ਪਰ ਅਮਨ ਦਾ ਇਸ ਵੱਲ ਕੋਈ ਧਿਆਨ ਨਹੀਂ ਗਿਆ, ਕਿਉਂਕਿ ਉਸ ਤੋਂ ਆਪਣੀ ਖੁਸ਼ੀ ਨਹੀਂ ਸਾਂਭੀ ਜਾ ਰਹੀ ਸੀ। ਕੈਫੇ ਵਿੱਚ ਖਾਣ ਪੀਣ ਤੋਂ ਬਾਅਦ ਅਮਨ ਪ੍ਰੀਤ ਨੂੰ ਆਪਣੇ ਘਰ ਲੈ ਜਾਂਦੀ ਹੈ। ਘਰ ਵਿੱਚ ਅਮਨ ਦੇ ਮਾਤਾ ਪਿਤਾ ਪ੍ਰੀਤ ਨੂੰ ਦੇਖ ਬਹੁਤ ਖੁਸ਼ ਹੁੰਦੇ ਹਨ। ਉਹਨਾਂ ਲਈ ਪ੍ਰੀਤ ਇੱਕ ਫਰਿਸ਼ਤਾ ਸੀ ਜੋ ਉਹਨਾਂ ਦੀ ਧੀ ਦੀ ਜ਼ਿੰਦਗੀ ਸੰਵਾਰਨ ਲਈ ਆਇਆ ਸੀ। ਪ੍ਰੀਤ ਹਾਲ ਵਿੱਚ ਸੋਫੇ ਤੇ ਬੈਠ ਜਾਂਦਾ। ਸਾਰਾ ਪਰਿਵਾਰ ਪ੍ਰੀਤ ਦੇ ਆਉਣ ਦਾ ਚਾਅ ਇੰਜ ਕਰ ਰਿਹਾ ਸੀ ਜਿਵੇਂ ਕੋਈ ਬਹੁਤ ਹੀ ਖਾਸ ਇਨਸਾਨ ਆਇਆ ਹੋਵੇ। ਅਮਨ ਦੀ ਮਾਂ ਅਮਨ ਨੂੰ ਰਸੋਈ ਵਿੱਚ ਖਾਣਾ ਬਣਾਉਣ ਲਈ ਲੈ ਜਾਂਦੀ ਹੈ। ਅਮਨ ਦੇ ਪਿਤਾ ਪ੍ਰੀਤ ਨਾਲ ਗੱਲਬਾਤ ਕਰ ਰਹੇ ਹਨ। ਉਹ ਪ੍ਰੀਤ ਨੂੰ ਅਮਨ ਨਾਲ ਵਿਆਹ ਕਰਵਾਉਣ ਲਈ ਪੁੱਛਦੇ ਹਨ, ਪਰ ਪ੍ਰੀਤ ਇਸ ਬਾਬਤ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਘਰ ਜਾ ਕੇ ਸੋਚ ਵਿਚਾਰ ਕੇ ਫੈਸਲਾ ਕਰਕੇ ਦੱਸੇਗਾ। ਖਾਣ ਪੀਣ ਤੋਂ ਬਾਅਦ ਪ੍ਰੀਤ ਉੱਥੋਂ ਰਵਾਨਾ ਹੁੰਦਾ ਹੈ ਅਤੇ ਅਮਨ ਦੇ ਚਿਹਰੇ ਨੂੰ ਦੇਖ ਇੰਜ ਲੱਗ ਰਿਹਾ ਸੀ ਜਿਵੇਂ ਉਹ ਪ੍ਰੀਤ ਨੂੰ ਜਾਣ ਨਾ ਦੇਣਾ ਚਾਹੁੰਦੀ ਹੋਵੇ। ਪ੍ਰੀਤ ਉੱਥੋਂ ਚਲਾ ਜਾਂਦਾ ਹੈ। ਪ੍ਰੀਤ ਦੇ ਜਾਣ ਤੋਂ ਬਾਅਦ ਅਮਨ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਅਤੇ ਅਮਨ ਦੇ ਮਾਂ-ਬਾਪ ਪ੍ਰੀਤ ਦੇ ਜਵਾਬ ਬਾਰੇ ਸੋਚ ਰਹੇ ਹੁੰਦੇ ਹਨ। ਅਮਨ ਦੇ ਪਿਤਾ ਨੂੰ ਲੱਗਦਾ ਹੈ ਕਿ ਪ੍ਰੀਤ ਸ਼ਾਇਦ ਵਿਆਹ ਲਈ ਮਨਾ ਕਰ ਦੇਵੇਗਾ ਅਤੇ ਉਹ ਫਿਕਰ ਕਰ ਰਹੇ ਹੁੰਦੇ ਹਨ ਕਿ ਪ੍ਰੀਤ ਦੇ ਵਿਆਹ ਤੋਂ ਨਾ ਕਰਨ ਤੋਂ ਬਾਅਦ ਉਹਨਾਂ ਦੀ ਧੀ ਅੰਦਰੋਂ ਟੁੱਟ ਜਾਵੇਗੀ। 3 ਮਹੀਨੇ ਬਾਅਦ ਅਮਨ ਦੇ ਕੋਲ ਪ੍ਰੀਤ ਦਾ ਫੋਨ ਆਉਂਦਾ ਹੈ ਅਤੇ ਉਹ ਅਮਨ ਨੂੰ ਆਪਣੇ ਪਿਤਾ ਨਾਲ ਗੱਲ ਕਰਵਾਉਣ ਲਈ ਕਹਿੰਦਾ ਹੈ। ਅਮਨ ਦੇ ਪਿਤਾ ਪ੍ਰੀਤ ਨਾਲ ਗੱਲ ਕਰਕੇ ਖੁਸ਼ੀ ਨਾਲ ਭਰ ਜਾਂਦੇ ਹਨ ਕਿਉਂਕਿ ਪ੍ਰੀਤ ਨੇ ਵਿਆਹ ਲਈ ਹਾਂ ਕਰ ਦਿੱਤੀ ਸੀ। ਸਾਰਾ ਪਰਿਵਾਰ ਖੁਸ਼ੀ ਨਾਲ ਭਰ ਗਿਆ ਸੀ ਅਤੇ 1 ਮਹੀਨੇ ਬਾਅਦ ਅਮਨ ਅਤੇ ਪ੍ਰੀਤ ਦਾ ਵਿਆਹ ਪੱਕਾ ਹੋ ਜਾਂਦਾ ਹੈ। ਪਰ ਅਮਨ ਲਈ ਇਹ 1 ਮਹੀਨਾ ਇੰਤਜ਼ਾਰ ਕਰਨਾ ਔਖਾ ਲੱਗ ਰਿਹਾ ਹੈ। ਉਹ ਬਸ ਦਿਨ ਗਿਣ ਰਹੀ ਸੀ ਕਿ ਕਦੋਂ ਉਹ ਦਿਨ ਆਵੇਗਾ। ਆਖਰ ਉਹ ਦਿਨ ਵੀ ਆ ਜਾਂਦਾ ਹੈ। ਪ੍ਰੀਤ ਦੇ ਕਹਿਣ ਤੇ ਵਿਆਹ ਵਿੱਚ ਬਹੁਤ ਇਕੱਠ ਨਹੀਂ ਕੀਤਾ ਗਿਆ ਕਿਉਂਕਿ ਪ੍ਰੀਤ ਇੱਕ ਸਾਦਾ ਵਿਆਹ ਕਰਵਾਉਣਾ ਚਾਹੁੰਦਾ ਹੈ। ਸੁਖੀ ਸਾਂਦੀ ਦੋਵਾਂ ਦਾ ਵਿਆਹ ਹੋ ਜਾਂਦਾ ਹੈ। ਅਮਨ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ ਰਹਿੰਦੀ ਹੈ। ਪਰਿਵਾਰ ਵਿੱਚ ਸਿਰਫ ਅਮਨ ਤੇ ਪ੍ਰੀਤ ਹੀ ਹਨ ਕਿਉਂਕਿ ਪ੍ਰੀਤ ਦੇ ਮਾਤਾ ਪਿਤਾ ਕੁਝ ਸਾਲ ਪਹਿਲਾਂ ਹੀ ਦੁਨੀਆ ਛੱਡ ਗਏ ਸਨ। ਇਹਨਾਂ ਦੇ ਵਿਆਹ ਨੂੰ 1 ਮਹੀਨਾ ਬੀਤ ਜਾਂਦਾ। ਅਮਨ ਪ੍ਰੀਤ ਨੂੰ ਬਹੁਤ ਹੀ ਪਿਆਰ ਕਰਦੀ ਹੈ, ਪਰ ਪ੍ਰੀਤ ਦਾ ਵਤੀਰਾ ਥੋੜਾ ਅਜੀਬ ਸੀ। ਉਹ ਜ਼ਿਆਦਾਤਰ ਵਕਤ ਖਿਝਿਆ ਰਹਿੰਦਾ ਸੀ, ਪਰ ਅਮਨ ਇਸ ਨੂੰ ਕੰਮ ਦੀ ਟੈਨਸ਼ਨ ਸਮਝ ਕੇ ਇਗਨੋਰ ਕਰ ਦਿੰਦੀ ਹੈ। ਫਿਰ ਇੱਕ ਦਿਨ ਪ੍ਰੀਤ ਕੁਝ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਸਦੇ ਫੋਨ ਤੇ ਘੰਟੀ ਵੱਜਦੀ ਹੈ। ਫੋਨ ਸੁਣ ਕੇ ਪ੍ਰੀਤ ਘਬਰਾਇਆ ਹੋਇਆ ਬਾਹਰ ਵੱਲ ਨੂੰ ਚਲਾ ਜਾਂਦਾ ਹੈ।
ਉਹ ਇੰਨੀ ਜਲਦੀ ਘਰੋਂ ਨਿਕਲਿਆ ਸੀ ਕਿ ਆਪਣਾ ਫੋਨ ਵੀ ਘਰ ਭੁੱਲ ਗਿਆ। ਅਮਨ ਉਸ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ ਹੈ, ਪਰ ਪ੍ਰੀਤ ਉਸਦੀ ਗੱਲ ਨਹੀਂ ਸੁਣਦਾ। ਫਿਰ ਅਮਨ ਪ੍ਰੀਤ ਦਾ ਫੋਨ ਚੈੱਕ ਕਰਦੀ ਹੈ। ਉਹ ਵਿੱਚ ਆਏ ਆਖਰੀ ਕਾਲ ਨੂੰ ਦੇਖਦੀ ਹੈ ਤਾਂ ਫੋਨ ਕਿਸੇ ਹਸਪਤਾਲ ਵਿੱਚੋਂ ਸੀ। ਅਮਨ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਦਾ ਹੈ। ਉਹ ਕੰਬਦੇ ਹੱਥਾਂ ਨਾਲ ਉਸ ਨੰਬਰ 'ਤੇ ਫੋਨ ਕਰਦੀ ਹੈ। ਫੋਨ ਕਰਨ 'ਤੇ ਉਸਨੂੰ ਜ਼ਿਆਦਾ ਕੁਝ ਤਾਂ ਨਹੀਂ ਪਤਾ ਲੱਗਦਾ, ਪਰ ਹਸਪਤਾਲ ਦਾ ਨਾਮ ਅਤੇ ਪਤਾ ਮਿਲ ਜਾਂਦਾ ਹੈ। ਅਮਨ ਤੁਰੰਤ ਉਸ ਹਸਪਤਾਲ ਵਿੱਚ ਪਹੁੰਚਦੀ ਹੈ। ਹਸਪਤਾਲ ਅੰਦਰ ਜਾ ਕੇ ਉਹ ਰਿਸੈਪਸ਼ਨ ਤੋਂ ਪ੍ਰੀਤ ਬਾਰੇ ਪੁੱਛਦੀ ਹੈ। ਅਮਨ ਇਹ ਦੇਖ ਹੈਰਾਨ ਹੁੰਦੀ ਹੈ ਕਿ ਰਿਸੈਪਸ਼ਨ ਵਾਲੀ ਲੜਕੀ ਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਉਹ ਉਸ ਤੋਂ ਪ੍ਰੀਤ ਕਿਸ ਕਮਰੇ ਵਿੱਚ ਹੀ ਪੁੱਛਦੀ ਹੈ ਅਤੇ ਉਸ ਕਮਰੇ ਵੱਲ ਘਬਰਾਈ ਹੋਈ ਵੱਧਦੀ ਹੈ। ਅਮਨ ਦੇ ਮਨ ਵਿੱਚ ਲੱਖਾਂ ਸਵਾਲ ਚੱਲ ਰਹੇ ਸਨ। ਉਸ ਦਾ ਚਿਹਰਾ ਦਹਿਸ਼ਤ ਨਾਲ ਭਰਿਆ ਹੋਇਆ ਸੀ। ਹੌਲੀ-ਹੌਲੀ ਉਹ ਉਸ ਕਮਰੇ ਕੋਲ ਪਹੁੰਚਦੀ ਹੈ। ਦਰਵਾਜ਼ਾ ਖੋਲ੍ਹਣ 'ਤੇ ਉਹ ਦੇਖਦੀ ਹੈ ਕਿ ਪ੍ਰੀਤ ਦੇ ਹੱਥਾਂ ਵਿੱਚ ਕਿਸੇ ਦਾ ਹੱਥ ਸੀ ਤੇ ਉਹ ਰੋ ਰਿਹਾ ਸੀ। ਬੈੱਡ 'ਤੇ ਪਏ ਸ਼ਖਸ ਦਾ ਚਿਹਰਾ ਢਕਿਆ ਹੋਇਆ ਸੀ। ਸ਼ਾਇਦ ਉਸਦੀ ਮੌਤ ਹੋ ਚੁੱਕੀ ਸੀ। ਅਮਨ ਕੰਬਦੇ ਹੱਥਾਂ ਨਾਲ ਉਸ ਲਾਸ਼ ਦੇ ਚਿਹਰੇ ਤੋਂ ਕੱਪੜਾ ਚੁੱਕਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਅਤੇ ਉਸਦੀ ਚੀਖ ਨਿਕਲ ਜਾਂਦੀ ਹੈ। ਉਸਨੂੰ ਆਪਣੀ ਅੱਖਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ। ਬੈੱਡ ਉੱਪਰ ਪਈ ਲਾਸ਼ ਨਿੱਕੀ ਦੀ ਸੀ। ਨਿੱਕੀ, ਅਮਨ ਦੀ ਬਚਪਨ ਦੀ ਦੋਸਤ। ਉਹ ਪ੍ਰੀਤ ਨੂੰ ਪੁੱਛਦੀ ਹੈ, ਪਰ ਪ੍ਰੀਤ ਸੁੰਨ ਹੋਇਆ ਬੈਠਾ ਸੀ। ਉਹ ਰੋਂਦੀ ਹੋਈ ਪ੍ਰੀਤ ਨੂੰ ਝੰਜੋੜ ਕੇ ਪੁੱਛਦੀ ਹੈ। ਪ੍ਰੀਤ ਰੋਂਦੇ ਹੋਏ ਜਵਾਬ ਦਿੰਦਾ ਹੈ ਕਿ ਨਿੱਕੀ ਨੂੰ ਕੈਂਸਰ ਸੀ। ਉਹ ਦੱਸਦਾ ਹੈ ਕਿ ਉਹ ਤੇ ਨਿੱਕੀ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ, ਪਰ ਨਿੱਕੀ ਨੂੰ ਇਸ ਭੈੜੀ ਬਿਮਾਰੀ ਨੇ ਫੜ ਲਿਆ ਸੀ। ਉਸਨੇ ਅਮਨ ਨੂੰ ਸੰਭਾਲਣ ਲਈ ਜਾਣਬੁੱਝ ਕੇ ਪ੍ਰੀਤ ਨੂੰ ਅਮਨ ਨਾਲ ਮਿਲਵਾਇਆ ਸੀ। ਨਿੱਕੀ ਦੇ ਕਹਿਣ 'ਤੇ ਹੀ ਪ੍ਰੀਤ ਅਮਨ ਨਾਲ ਵਿਆਹ ਲਈ ਰਾਜ਼ੀ ਹੋਇਆ ਸੀ, ਕਿਉਂਕਿ ਨਿੱਕੀ ਦੀ ਹੀ ਇਹੀ ਆਖਰੀ ਇੱਛਾ ਸੀ ਕਿ ਪ੍ਰੀਤ ਤੇ ਅਮਨ ਹਮੇਸ਼ਾ ਇੱਕ ਦੂਸਰੇ ਦੇ ਨਾਲ ਰਹਿਣ, ਕਿਉਂਕਿ ਇਹ ਦੋਵੇਂ ਹੀ ਇੱਕ ਦੂਸਰੇ ਨੂੰ ਸੰਭਾਲ ਸਕਦੇ ਹਨ। ਪ੍ਰੀਤ ਦੀ ਗੱਲ ਸੁਣ ਕੇ ਅਮਨ ਰੋਣ ਲੱਗ ਜਾਂਦੀ ਹੈ ਤੇ ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸਨੇ ਨਿੱਕੀ ਦਾ ਪਿਆਰ ਧੱਕੇ ਨਾਲ ਉਸ ਤੋਂ ਖੋਹ ਲਿਆ ਹੋਵੇ। ਉਹ ਹਸਪਤਾਲ ਦੀ ਫਰਸ਼ 'ਤੇ ਬੈਠੀ ਰੋ ਰਹੀ ਸੀ। ਪ੍ਰੀਤ ਖੁਦ ਸਦਮੇ ਵਿੱਚ ਸੀ, ਇਸ ਲਈ ਅਮਨ ਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ। ਅਮਨ ਦੀ ਰੋਣ ਦੀ ਆਵਾਜ਼ ਹਸਪਤਾਲ ਦੇ ਕੋਰੀਡੋਰ ਵਿੱਚ ਗੂੰਜ ਰਹੀ ਸੀ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ। ਹੋਰ ਕਹਾਣੀਆਂ ਸੁਣਨ ਤੇ ਪੜ੍ਹਨ ਲਈ ਪਲੀਜ਼ ਵਿਜ਼ਿਟ www.punjabilibrary.com ਤੇ ਸਬਸਕ੍ਰਾਈਬ ਕਰੋ ਪੰਜਾਬੀ ਲਾਇਬ੍ਰੇਰੀ ਦਾ ਚੈਨਲ। ਆਪਣਾ ਖਿਆਲ ਰੱਖਿਓ। ਫਿਰ ਮਿਲਾਂਗੇ। ਰੱਬ ਰਾਖਾ। ਸਤਿ ਸ਼੍ਰੀ ਅਕਾਲ।